ਸਭ ਤੋਂ ਪਹਿਲਾਂ ਜਿਹੜਾ ਆਪਾਂ ETT ਫਸਟ ਈਅਰ ਦਾ ਟੌਪਿਕ ਹੈ ਆਪਣਾ ਪਾਵਰ ਨਾਲ ਰਿਲੇਟਿਡ, ਠੀਕ ਹੈ। ਪਹਿਲਾਂ ਤੁਹਾਨੂੰ ਮੈਂ ਸੋਲਵ ਕਰਨਾ ਸਿਖਾਵਾਂਗੀ ਹਾਊ ਟੂ ਸੋਲਵ ਪਾਵਰ। ਆਪਾਂ ਪਾਵਰ ਨੂੰ ਕਿਵੇਂ ਸੋਲਵ ਕਰਨਾ ਹੈ। ਜਿਵੇਂ x ਦੀ ਪਾਵਰ m ਦਿੱਤੀ ਹੈ, x ਦੀ ਪਾਵਰ n ਦਿੱਤੀ ਹੈ। ਬੇਸ ਦੇਖੋ ਤੁਹਾਡੇ ਕੋਲ ਕੀ ਦਿੱਤਾ ਹੋਇਆ, x ਦਿੱਤਾ ਹੋਇਆ। ਪਾਵਰ ਜਦੋਂ ਬੇਸ ਸੇਮ ਦਿੱਤਾ ਹੁੰਦਾ ਵਿੱਚ ਮਲਟੀਪਲਾਈ ਹੈ ਤਾਂ ਪਾਵਰ ਦਾ ਕੀ ਹੋ ਜਾਣਾ, ਪਲੱਸ ਹੋ ਜਾਣਾ। x ਦੀ ਪਾਵਰ ਕੀ ਆ ਜਾਏਗੀ ਤੁਹਾਡੇ ਕੋਲ, m ਪਲੱਸ n ਹੋ ਜਾਏਗਾ। ਜੇ ਬੇਸ ਸੇਮ ਦਿੱਤਾ ਹੋਇਆ ਵਿੱਚ ਡਿਵਾਈਡ ਹੈ ਤਾਂ ਪਾਵਰ ਦਾ ਕੀ ਹੋ ਜਾਣਾ ਤੁਹਾਡੇ ਕੋਲ, ਮਾਈਨਸ। x ਦੀ ਪਾਵਰ ਕੀ ਹੋਏਗੀ, m ਮਾਈਨਸ n। ਹੁਣ ਆਪਣੇ ਕੋਲ x ਦਿੱਤਾ ਹੈ mn, ਦੋਨਾਂ ਦੀ ਮਲਟੀਪਲਾਈ ਹੋ ਜਾਏਗੀ ਤਾਂ x ਦੀ ਪਾਵਰ ਕੀ ਆ ਜਾਏਗੀ, mn। ਕਿਸੇ ਵੀ ਇਕੁਏਸ਼ਨਸ ਦੀ ਪਾਵਰ ਜੇ ਤੁਹਾਡੇ ਕੋਲ ਮਾਈਨਸ ਦੇ ਵਿੱਚ ਆਉਂਦੀ ਹੈ ਤੁਹਾਨੂੰ ਪੋਜ਼ੀਟਿਵ ਬਣਾਉਣ ਦੇ ਲਈ ਤੁਸੀਂ ਕਰਨਾ 1 ਅਪੋਨ ਸਾਰੀ ਇਕੁਏਸ਼ਨ ਆ ਜਾਂਦੀ ਤਾਂ ਪੋਜ਼ੀਟਿਵ ਹੋ ਜਾਂਦਾ। ਫਿਫਥ, ਜਦੋਂ ਵੀ ਕਿਸੇ ਵੀ x ਦੀ ਹੈ, 2 ਦੀ ਹੈ, 3 ਦੀ ਹੈ ਪਾਵਰ 0 ਦਿੱਤੀ ਹੈ ਤਾਂ ਉਹਦਾ ਆਨਸਰ ਹਮੇਸ਼ਾ ਕੀ ਆਉਣਾ ਹੈ ਤੁਹਾਡੇ ਕੋਲ, 1 ਆਉਣਾ ਹੈ। ਯਾਦ ਰੱਖਣ ਵਾਲੀ ਚੀਜ਼ ਹੈ। ਉਸ ਤੋਂ ਇਲਾਵਾ ਤੁਸੀਂ ਪਾਵਰ ਕਿਵੇਂ ਬਣਾਉਣੀਆਂ ਨੇ ਇਹ ਚੀਜ਼ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਜਿਵੇਂ ਕਿ 144 ਦਿੱਤਾ ਹੈ, ਠੀਕ ਹੈ। 144 ਯਾਨੀ ਕਿ 12 ਗੁਣਾ 12, 12 ਬਾਰੀ 144 ਹੋ ਗਿਆ, ਯਾਨੀ ਕਿ 12 ਦੀ ਪਾਵਰ ਕਿੰਨੀ ਆ ਗਈ ਤੁਹਾਡੇ ਕੋਲ ਇੱਥੇ, 2 ਆ ਗਈ। ਇਸ ਤੋਂ ਇਲਾਵਾ ਦੇਖੋ ਹੋਰ ਤੁਹਾਨੂੰ ਇਕੁਏਸ਼ਨਸ ਕਰਕੇ ਦਿਖਾ ਦਿੰਦੀ ਹਾਂ। ਸੈਕਿੰਡ, ਜਿਵੇਂ ਮੈਂ ਸਵਾਲ ਲੈ ਲੈਂਦੀ ਹਾਂ 196 ਲੈ ਲਿਆ, ਠੀਕ ਹੈ। ਕਈ ਬੱਚਿਆਂ ਨੂੰ ਸਿੱਧੇ ਨਹੀਂ ਆਉਂਦੇ ਹੈਗੇ, ਜਿਵੇਂ ਆਪਾਂ ਹੁਣ 144 ਦਾ ਕੀਤਾ ਸੀਗਾ। ਹੁਣ 196 ਦਾ ਕਿਵੇਂ ਕਰਾਂਗੇ ਆਪਾਂ। 2 ਦੇ ਟੇਬਲ 'ਤੇ ਗਿਆ, 9 ਦੂਣੀ 18, 8 ਦੂਣੀ 16, ਫਿਰ 2 'ਤੇ ਗਿਆ, ਕਿੰਨਾ ਆ ਗਿਆ 4 ਦੂਣੀ 8, 9 ਦੂਣੀ 18, ਫਿਰ 7 'ਤੇ ਗਿਆ, 7 7 49, 7 1 7। ਹੁਣ ਇਹਨੂੰ ਦੇਖੋ ਤੁਸੀਂ ਐਕਸਪੈਂਡ ਕਰ ਲਿਆ, ਇਹਨੂੰ ਜਿਹੜੇ ਫੈਕਟਰ ਆਏ ਨੇ ਉਹਨਾਂ ਨੂੰ ਆਪਾਂ ਲਿਖ ਲਿਆ, ਠੀਕ ਹੈ। 2 2 ਦੇ ਆਪਾਂ ਕੀ ਬਣਾਵਾਂਗੇ, ਪੇਅਰ ਬਣਾਵਾਂਗੇ, ਉਹਨਾਂ ਦੇ ਵਿੱਚੋਂ ਇੱਕ ਆਪਾਂ ਕਾਮਨ ਕੱਢ ਲਾਂਗੇ। ਕਿੰਨਾ ਆ ਗਿਆ ਤੁਹਾਡੇ ਕੋਲ ਮਲਟੀਪਲਾਈ ਕਰਕੇ, 7 ਦੂਣੀ 14, 14 ਆ ਗਿਆ। ਯਾਨੀ ਕਿ 14 ਨੂੰ ਜੇਕਰ ਆਪਾਂ 2 ਵਾਰੀ ਮਲਟੀਪਲਾਈ ਕਰਦੇ ਹਾਂ ਤਾਂ ਉਹ ਕੀ ਆ ਜਾਂਦਾ, 196 ਆ ਜਾਂਦਾ। ਹੁਣ 196 ਨੂੰ ਆਪਾਂ ਪਾਵਰ ਦੇ ਵਿੱਚ ਲਿਖਣਾ ਤਾਂ ਕੀ ਆ ਜਾਏਗਾ, 14 ਦੀ ਪਾਵਰ 2, ਠੀਕ ਹੈ। ਇਸੇ ਤਰ੍ਹਾਂ ਇੱਕ ਹੋਰ ਤੁਹਾਨੂੰ ਸਵਾਲ ਕਰਕੇ ਦਿਖਾ ਦਿੰਦੇ ਹਾਂ 132। ਹੁਣ 432। ਹੁਣ 432 ਨੂੰ ਮੈਂ ਉਸੇ ਤਰ੍ਹਾਂ ਹੀ 2 ਦੇ ਟੇਬਲ 'ਤੇ ਆਉਂਦਾ, 2 2 ਦਾ 4, ਠੀਕ ਹੈ। 2 1 ਦਾ 2, 2 6 ਦਾ 12, ਫਿਰ 2 'ਤੇ ਗਿਆ, 2 1 ਦਾ 2, 1 ਜਾਂਦਾ ਨਹੀਂ ਹੈ 0, ਫਿਰ ਕਿੰਨਾ ਆ ਗਿਆ 8 2 ਦਾ 16, ਫਿਰ 2 'ਤੇ ਗਿਆ, 5 2 ਦਾ 10, 4 2 ਦਾ 8, ਫਿਰ 2 'ਤੇ ਗਿਆ 27, ਠੀਕ ਹੈ। ਫਿਰ ਆਪਾਂ 3 'ਤੇ ਲੈ ਲਿਆ, 3 9 ਦਾ 27, 3 3 ਦਾ 9, 3 1 ਦਾ 3, ਕਲੀਅਰ। ਹੁਣ ਤੁਸੀਂ ਦੇਖੋ ਜਿਹੜੇ ਆਪਣੇ ਕੋਲ 2 ਕਿੰਨੀ ਵਾਰ ਆਪਣੇ ਕੋਲ ਹੈ, 1 2 3 4, 2 ਦੀ ਪਾਵਰ ਕਿੰਨੀ ਆ ਗਈ ਤੁਹਾਡੇ ਕੋਲ 4, 1 2 3, 3 ਦੀ ਪਾਵਰ ਕਿੰਨੀ ਆ ਗਈ ਤੁਹਾਡੇ ਕੋਲ 3। ਇਸ ਤਰ੍ਹਾਂ ਵੀ ਤੁਸੀਂ ਇਸ ਫਾਰਮ ਦੇ ਵਿੱਚ ਵੀ ਜਿਹੜਾ ਪਾਵਰ ਦੇ ਵਿੱਚ ਤੁਸੀਂ ਰੀਪ੍ਰਜੈਂਟ ਕਰ ਸਕਦੇ ਹੋ। ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਅੱਗੇ ਇਹਨਾਂ ਦਾ ਮਲਟੀਪਲਾਈ ਕਰਕੇ ਕੁਝ ਕਾਮਨ ਕੱਢਣਾ ਹੈ, ਠੀਕ ਹੈ। ਜੇ ਬੇਸ ਸੇਮ ਹੁੰਦਾ ਤਾਂ ਆਪਾਂ ਮਲਟੀਪਲਾਈ ਹੈ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਬੇਸ ਸੇਮ ਹੋਣ ਮਲਟੀਪਲਾਈ ਹੋਏ ਤਾਂ ਪਾਵਰ ਦਾ ਪਲੱਸ ਹੋ ਜਾਂਦਾ। ਪਰ ਇੱਥੇ ਤੁਸੀਂ ਦੇਖੋ ਬੇਸ ਦੋਨੋਂ ਕੀ ਦਿੱਤੇ ਹੋਏ ਨੇ ਤੁਹਾਡੇ ਕੋਲ, ਡਿਫਰ ਦਿੱਤੇ ਹੋਏ ਨੇ ਅਲੱਗ-ਅਲੱਗ, ਇੱਕ 2 ਹੈ ਇੱਕ 3 ਹੈ, ਤਾਂ ਇਹਨਾਂ ਦੋਨਾਂ ਦਾ ਜਿਹੜਾ ਕਾਮਨ ਨਹੀਂ ਆ ਸਕਦਾ ਤਾਂ ਤੁਹਾਨੂੰ ਐਜ਼ ਇਟ ਇੱਥੇ ਹੀ ਜਿਹੜਾ ਨਿਊਮੈਰੀਕਲ ਨੂੰ ਛੱਡਣਾ ਪਏਗਾ, ਠੀਕ ਹੈ। ਇਸ ਤੋਂ ਇਲਾਵਾ ਦੇਖੋ ਹੋਰ ਕਿਸ ਤਰ੍ਹਾਂ ਦੇ ਨਿਊਮੈਰੀਕਲ ਜਿਹੜੇ ਨੇ ਤੁਹਾਨੂੰ ਆ ਸਕਦੇ ਨੇ। ਮੰਨ ਲਓ ਤੁਸੀਂ ਸੋਲਵਿੰਗ ਵਾਲੇ ਤੁਹਾਨੂੰ ਆ ਸਕਦੇ ਨੇ ਕਿ ਸੋਲਵ ਕਰੋ ਇਕੁਏਸ਼ਨਸ ਪਾਵਰ ਦੇ ਵਿੱਚ ਦਿੱਤੀ ਹੋਏਗੀ, ਠੀਕ ਹੈ। ਪਾਵਰ ਦੇ ਵਿੱਚ ਦਿੱਤੀ ਹੈ ਤਾਂ ਇਹਨੂੰ ਕਿਵੇਂ ਸੋਲਵ ਕਰਨਾ, ਤੁਹਾਨੂੰ ਦੱਸਿਆ ਸੀਗਾ ਬੇਸ ਸੇਮ, ਬੇਸ ਸੇਮ ਹੈ, ਕੀ ਫਾਰਮੂਲਾ ਸੀਗਾ, x ਦੀ ਪਾਵਰ n, x ਦੀ ਪਾਵਰ n। ਬੇਸ ਸੇਮ ਹੈ ਤਾਂ ਵਿੱਚ ਮਲਟੀਪਲਾਈ ਹੈ ਤਾਂ ਪਾਵਰ ਦਾ ਕੀ ਹੋ ਜਾਣਾ ਤੁਹਾਡਾ, ਪਲੱਸ ਹੋ ਜਾਣਾ। ਸੇਮ ਐਜ਼ ਇਟ ਇਸੇ ਤਰ੍ਹਾਂ ਬੇਸ ਸੇਮ ਹੈ ਤਾਂ ਪਾਵਰ ਦਾ ਕੀ ਹੋ ਜਾਣਾ, ਪਲੱਸ ਹੋ ਜਾਣਾ। 3 ਦੀ ਪਾਵਰ ਕੀ ਆ ਗਈ ਤੁਹਾਡੇ ਕੋਲ 6 ਆ ਗਈ, ਯਾਨੀ ਕਿ 3 ਨੂੰ ਕਿੰਨੀ ਵਾਰ ਮਲਟੀਪਲਾਈ ਹੋਣਾ, 6 ਵਾਰੀ। ਕਈ ਬੱਚੇ ਕੀ ਕਰਦੇ ਨੇ 3 ਦੀ ਪਾਵਰ 3 ਨੂੰ 6 ਨਾਲ ਮਲਟੀਪਲਾਈ ਕਰ ਦਿੰਦੇ, ਇਹ ਰੋਂਗ ਹੈ। ਇਸ ਤਰ੍ਹਾਂ ਨਹੀਂ, 3 ਦੀ ਪਾਵਰ 6 ਮਤਲਬ ਹੈ 3 3 ਤੁਹਾਡੇ ਕੋਲ ਕਿੰਨੀ ਵਾਰ ਹੈ, 6 ਟਾਈਮ ਹੈ, ਯਾਨੀ ਕਿ 6 ਵਾਰ ਦਿੱਤਾ ਹੋਇਆ ਹੈ ਤਾਂ ਇਹਨੂੰ 6 ਵਾਰੀ ਤੁਸੀਂ ਗੁਣਾ ਕਰੋਗੇ ਤਾਂ ਤੁਹਾਡੇ ਕੋਲ ਕਿੰਨਾ ਆ ਜਾਏਗਾ, 729 ਆ ਜਾਏਗਾ, ਠੀਕ ਹੈ। ਇਸੇ ਤਰ੍ਹਾਂ ਜੇ ਤੁਹਾਨੂੰ ਬੇਸ ਸੇਮ ਦਿੱਤੇ ਹੋਣ ਪਰ ਵਿੱਚ ਡਿਵਾਈਡ, ਕੀ ਫਾਰਮੂਲਾ ਸੀ, ਜੇ ਬੇਸ ਸੇਮ ਹੈ ਵਿੱਚ ਡਿਵਾਈਡ ਹੈ ਤਾਂ ਕੀ ਕਰਨਾ ਸੀ ਆਪਾਂ, ਪਾਵਰ ਦਾ ਮਾਈਨਸ ਕਰਨਾ ਸੀ, ਇਹ ਫਾਰਮੂਲਾ ਕਰਵਾਇਆ ਸੀ। ਉਸੇ ਤਰ੍ਹਾਂ ਹੀ ਹੁਣ ਫੇਰ ਇੱਥੇ ਬੇਸ ਸੇਮ ਹੈ, ਪਾਵਰ ਦਾ ਕੀ ਹੋ ਜਾਏਗਾ, ਮਾਈਨਸ ਹੋ ਜਾਏਗਾ,
ਕਿੰਨਾ ਆ ਜਾਏਗਾ 6 ਚੋਂ 3 ਮਾਈਨਸ ਕੀਤੇ ਆਪਾਂ ਕਿੰਨਾ ਆ ਗਿਆ 3 ਆ ਗਿਆ। 2 ਨੂੰ 3 ਨਾਲ ਮਲਟੀਪਲਾਈ ਨਹੀਂ ਕਰਨੀ, ਫਿਰ ਤੁਹਾਨੂੰ ਕਹਿ ਰਹੀ ਹਾਂ 2 ਨੂੰ ਕਿੰਨੀ ਵਾਰ ਮਲਟੀਪਲਾਈ ਕਰਨੀ ਹੈ ਤੁਸੀਂ 3 ਵਾਰੀ ਕਰਨੀ ਹੈ। 2 ਦੂਣੀ 4, 4 ਦੂਣੀ 8, ਇਹ ਤੁਹਾਡਾ ਆਨਸਰ ਆ ਜਾਂਦਾ ਹੈ। ਠੀਕ ਹੈ। ਤੀਸਰਾ ਮੈਂ ਤੁਹਾਨੂੰ ਕਰਵਾਇਆ ਸੀ ਕਿ 5 ਦੀ ਪਾਵਰ 2 ਬਾਰ 3 ਦਿੱਤਾ ਹੋਇਆ। ਠੀਕ ਹੈ। ਮੀਨਸ ਕਿਵੇਂ ਆਪਾਂ ਇਹਨੂੰ ਸੋਲਵ ਕਰਨਾ ਹੈ, ਕੀ ਫਾਰਮੂਲਾ ਸੀ x ਦੀ ਪਾਵਰ n ਤੇ ਉੱਪਰ ਪਾਵਰ n, ਤਾਂ ਕੀ ਕਰਨਾ ਹੈ m ਤੇ n ਦੀ ਮਲਟੀਪਲਾਈ ਹੋ ਜਾਣੀ ਹੈ। ਸੇਮ ਐਜ਼ ਇਟ ਹੀ ਇੱਥੇ 5, ਠੀਕ ਹੈ। 2 ਤੇ 3 ਦੀ ਆਪਾਂ ਮਲਟੀਪਲਾਈ ਕੀਤੀ, ਕਿੰਨਾ ਆ ਗਿਆ ਤੁਹਾਡੇ ਕੋਲ 6, ਠੀਕ ਹੈ। ਤਾਂ ਕੀ ਆ ਗਿਆ ਤੁਹਾਡੇ ਕੋਲ 5 ਨੂੰ ਕਿੰਨੀ ਵਾਰ ਮਲਟੀਪਲਾਈ ਹੋ ਗਈ ਤੁਹਾਡੀ ਹੁਣ 6 ਟਾਈਮ। ਕਲੀਅਰ। ਫਿਰ ਇਹਨਾਂ ਸਾਰਿਆਂ ਦੇ ਤੁਸੀਂ ਕੀ ਕਰ ਦੋਗੇ ਆਪਸ 'ਚ ਮਲਟੀਪਲਾਈ ਕਰ ਦੋਗੇ। ਠੀਕ ਹੈ। ਹੋਰ ਇਸ ਤੋਂ ਇਲਾਵਾ ਤੁਹਾਨੂੰ ਕਿਸ ਤਰ੍ਹਾਂ ਦੇ ਨਿਊਮੈਰੀਕਲ ਆ ਸਕਦੇ, ਮੰਨ ਲਓ ਤੁਹਾਡੇ ਕੋਲ ਇਹ ਵੀ ਦਿੱਤਾ ਹੋਇਆ ਨਾਲ ਡਿਵਾਈਡਿੰਗ ਪਾਇਆ ਹੋਇਆ, ਤਾਂ ਯਾਦ ਰੱਖਣਾ ਪਹਿਲਾਂ ਤੁਸੀਂ ਬ੍ਰੈਕਟ ਨੂੰ ਸੋਲਵ ਕਰੋਗੇ। 5 ਦੀ ਪਾਵਰ 3 ਦੂਣੀ ਕਿੰਨਾ ਹੋ ਗਿਆ 6 ਹੋ ਗਿਆ। ਅੱਗੇ ਕਿੰਨਾ ਦਿੱਤਾ 5 ਦੀ ਪਾਵਰ 4, ਯਾਨੀ ਕਿ ਬੇਸ ਸੇਮ ਹੈ, ਪਾਵਰ ਦਾ ਕੀ ਕਰ ਦਾਂਗੇ ਆਪਾਂ ਮਾਈਨਸ ਕਰ ਦਾਂਗੇ। ਠੀਕ ਹੈ। 6 ਚੋਂ 4 ਘਟਾਏ ਕਿੰਨੇ ਆ ਗਏ 2। 5 ਕਿੰਨੀ ਵਾਰ ਹੋ ਗਿਆ 2 ਵਾਰੀ ਮਲਟੀਪਲਾਈ, 5 5 ਦਾ 25। ਕਲੀਅਰ। ਇੱਕ ਤੁਹਾਨੂੰ ਮੈਂ ਚੀਜ਼ ਕਰਵਾਈ ਸੀਗੀ ਕਿ ਕਿਸੇ ਵੀ ਇਕੁਏਸ਼ਨਸ ਦੀ ਜੇ ਪਾਵਰ ਤੁਹਾਡੇ ਕੋਲ ਮਾਈਨਸ ਦਿੱਤੀ ਹੈ, ਤੁਹਾਨੂੰ ਪੋਜ਼ੀਟਿਵ ਕਿਵੇਂ ਬਣਾਉਣਾ ਹੈ 1 ਅਪੋਨ ਹੋ ਜਾਏਗੀ। ਪਰ ਹੋ ਸਕਦਾ ਤੁਹਾਡੇ ਕੋਲ ਇਕੁਏਸ਼ਨ ਇਸ ਤਰ੍ਹਾਂ ਦੀ ਪਹਿਲਾਂ ਹੀ ਅਪੋਨ 'ਚ ਹੋਵੇ, ਬਟੇ 'ਚ ਦਿੱਤੀ ਹੋਵੇ, ਤਾਂ ਤੁਸੀਂ ਇਹਨੂੰ ਪੋਜ਼ੀਟਿਵ ਬਣਾਉਣ ਲਈ ਕੀ ਕਰੋਗੇ, ਇਕੁਏਸ਼ਨ ਰੈਸੀਪ੍ਰੋਕਲ ਹੋ ਜਾਏਗੀ, ਉਲਟਾ ਹੋ ਜਾਣੀ ਹੈ ਇਸੇ ਤਰ੍ਹਾਂ। ਠੀਕ ਹੈ। ਯਾਨੀ ਕਿ 3 ਨੂੰ 3 ਵਾਰੀ ਮਲਟੀਪਲਾਈ ਹੋਣੀ ਹੈ, 2 ਨੂੰ ਵੀ 3 ਵਾਰੀ ਮਲਟੀਪਲਾਈ ਹੋਣੀ ਹੈ, ਤਾਂ ਤੁਹਾਡਾ ਕੀ ਆ ਜਾਏਗਾ 27/8 ਆ ਜਾਏਗਾ। ਠੀਕ ਹੈ। 3 ਦੀ ਪਾਵਰ ਇੱਕ ਕਰਾਇਆ ਸੀ, ਕਿਸੇ ਵੀ ਇਕੁਏਸ਼ਨ ਦੀ ਪਾਵਰ ਜੇ 0 ਹੋਵੇ ਤਾਂ ਕੀ ਆਨਸਰ ਆਏਗਾ। ਦੇਖੋ 3 ਦੀ ਪਾਵਰ 0 ਦਾ ਕੀ ਮੀਨਸ ਹੈ 1, 5 ਦੀ ਪਾਵਰ 0 ਦਾ ਕੀ ਮੀਨਸ ਹੈ 1, 1 ਚੋਂ 1 ਮਾਈਨਸ ਕੀਤੇ ਕਿੰਨਾ ਆ ਗਿਆ ਤੁਹਾਡੇ ਕੋਲ 0 ਆ ਗਿਆ। ਇਸੇ ਨਾਲ ਰਿਲੇਟਡ ਜਿਹੜੇ ਨੇ ਬੇਟਾ ਤੁਹਾਨੂੰ ਹੋਰ ਨਿਊਮੈਰੀਕਲ ਜਿਹੜੇ ਨੇ ਕੱਲ੍ਹ ਮੈਂ ਕਰਵਾਵਾਂਗੀ, ਇੱਕ ਵਾਰ ਰੈਪੀਟੀਸ਼ਨ ਕਰ ਦੇਣੀ ਹੈ ਤੁਹਾਨੂੰ। ਇੱਕ ਸੀਗਾ ਕਿ ਬੇਸ ਸੇਮ ਹੋਣ ਵਿੱਚ ਮਲਟੀਪਲਾਈ ਹੋਏ ਤਾਂ ਪਾਵਰ ਦਾ ਕੀ ਹੋ ਜਾਂਦਾ ਪਲੱਸ ਹੋ ਜਾਂਦਾ। ਸੈਕਿੰਡ, ਬੇਸ ਸੇਮ ਹੋਣ ਵਿੱਚ ਡਿਵਾਈਡ ਹੋਵੇ ਪਾਵਰ ਦਾ ਕੀ ਹੋ ਜਾਣਾ ਮਾਈਨਸ ਹੋਵੇ। ਜੇ ਬ੍ਰੈਕਟ ਤੋਂ ਬਾਹਰ ਜਿਵੇਂ ਦਿੱਤੇ ਆ ਤੁਸੀਂ ਦੇਖ ਰਹੇ ਹੋ x ਤਾਂ mn ਦੋਨਾਂ ਦੀ ਮਲਟੀਪਲਾਈ ਹੋ ਜਾਏਗੀ, ਤਾਂ ਕੀ ਆ ਜਾਏਗਾ ਤੁਹਾਡੇ ਕੋਲ mn ਆ ਜਾਏਗਾ। ਠੀਕ ਹੈ। ਉਸ ਤੋਂ ਇਲਾਵਾ ਜੇ ਤੁਹਾਨੂੰ ਇਸ ਤਰ੍ਹਾਂ ਦਿੱਤਾ ਹੁੰਦਾ ਇਕੁਏਸ਼ਨ ਦਿੱਤੀ ਤਾਂ ਪਹਿਲਾਂ ਤੁਸੀਂ ਬ੍ਰੈਕਟ ਨੂੰ ਸੋਲਵ ਕਰੋਗੇ, ਬੇਸ ਸੇਮ ਆ ਜਾਂਦੇ ਨੇ, ਵਿੱਚ ਡਿਵਾਈਡ ਹੈ ਤਾਂ ਪਾਵਰ ਦਾ ਕੀ ਹੋ ਜਾਣਾ ਮਾਈਨਸ ਹੋ ਜਾਣਾ। ਕਿਸੇ ਵੀ ਇਕੁਏਸ਼ਨ ਦੀ ਜੇ ਪਾਵਰ ਮਾਈਨਸ 'ਚ ਦਿੱਤੀ ਹੈ ਤਾਂ ਉਹਨੂੰ ਪੋਜ਼ੀਟਿਵ ਕਿਵੇਂ ਬਣਾਉਣਾ ਹੈ। ਕਿਸੇ ਵੀ ਇਕੁਏਸ਼ਨ ਦੀ ਪਾਵਰ ਜੇ 0 ਦਿੱਤੀ ਹੋਈ ਹੈ ਤਾਂ ਇਹਦਾ ਮੀਨਸ ਉਹ 1 ਦੇ ਬਰਾਬਰ ਹੋ ਜਾਂਦਾ ਹੈ। ਜੇ ਤੁਹਾਡੇ ਕੋਲ ਮਾਈਨਸ ਹੈ ਜਾਂ ਪਲੱਸ ਹੈ ਕੁਛ ਵੀ ਦਿੱਤਾ ਤਾਂ ਉਹ ਅੱਗੇ ਇਸ ਤਰ੍ਹਾਂ ਸੋਲਵ ਹੋ ਜਾਏਗਾ। ਠੀਕ ਹੈ। ਹੁਣ ਅੱਗੇ ਇਹਦੇ ਜਿਹੜੇ ਫਰਦਰ ਜਿਹੜੇ ਕੁਐਸਚਨਸ ਨੇ ਕੱਲ੍ਹ ਆਪਾਂ ਕਰਾਂਗੇ। ਥੈਂਕ ਯੂ।